ਬੱਚਿਆਂ ਦੇ ਵਿੱਚ ਡਿਪਰੈਸ਼ਨ ਜੀ ਅੱਜਕੱਲ ਬਹੁਤ ਪਾਇਆ ਜਾ ਰਿਹਾ। ਸਭ ਤੋਂ ਵੱਡੀ ਗੱਲ ਹੈ ਕਿ ਪਰਿਵਾਰ ਜਿਹੜੇ ਏਕਲ ਹੋ ਗਏ ਆ। ਇੱਕ ਬੱਚਾ ਹੋ ਗਿਆ ਜਾਂ ਇੱਕ ਜਾਂ ਦੋ ਬੱਚੇ ਤੇ ਮਾਤਾ ਪਿਤਾ ਸਮੇਂ ਨਹੀਂ ਦੇ ਪਾਉਂਦੇ। ਸੋ ਉਹਦੀ ਗੱਲ ਸੁਣਨ ਲਈ ਕੋਈ ਨਹੀਂ ਹੁੰਦਾ। ਸੋ ਬੱਚਿਆਂ 'ਚ ਆਨਲਾਈਨ ਗੇਮਿੰਗ ਕੁਛ ਤਾਂ ਕੋਵਿਡ ਟਾਈਮ ਨੇ ਬਹੁਤ ਜ਼ਿਆਦਾ ਵਧਾ ਦਿੱਤੀ ਹੈ ਜੀ। ਉਹ ਫੋਨ ਤੇ ਪੜ੍ਹਾਈ ਘੱਟ ਹੋ ਰਹੀ ਹੈ ਤੇ ਗੇਮਿੰਗ ਜਿਹੜੀ ਹੈ ਉਹ ਵੱਧ ਗਈ ਹੈ। ਖਾਲੀ ਦਿਮਾਗ ਸ਼ੈਤਾਨ ਦਾ ਘਰ, ਜੇ ਉਹ ਟਿਕ ਕੇ ਨਹੀਂ ਬੈਠੂਗਾ ਤਾਂ ਉਹ ਸ਼ਰਾਰਤਾਂ ਕਰੂਗਾ। 10 ਤੋਂ 15% ਲੋਕ ਹੀ ਹੈ ਜਿਨ੍ਹਾਂ ਨੂੰ ਟਾਈਮ ਤੇ ਪਤਾ ਚੱਲ ਜਾਂਦਾ ਹੈ ਵੀ ਬੱਚਾ ਚੁੱਪਚਾਪ ਰਹਿ ਰਿਹਾ ਹੈ, ਗੱਲ ਨਹੀਂ ਕਰ ਰਿਹਾ, ਸੋ ਕੋਈ ਗੜਬੜ ਹੈ। ਜਿੰਨੀ ਜਲਦੀ ਦਿਮਾਗੀ ਬਿਮਾਰੀਆਂ ਦਾ ਇਲਾਜ ਸ਼ੁਰੂ ਹੋ ਜੇ ਉਨਾ ਵਧੀਆ ਤੇ ਉਨੀ ਚੰਗਾ ਇਲਾਜ ਹੋ ਸਕਦਾ ਹੈ। ਸਤਿ ਸ਼੍ਰੀ ਅਕਾਲ। ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਦੀਪਿਕਾ ਖੋਸਲਾ ਤੇ ਤੁਸੀਂ ਦੇਖ ਰਹੇ ਹੋ ਹੈਲਥ ਮੰਤਰਾ। ਅੱਜ ਮੇਰੇ ਨਾਲ ਮੌਜੂਦ ਨੇ ਪਿੰਸ ਹਸਪੀਟਲ ਦੇ ਐਸੋਸੀਏਟ ਪ੍ਰੋਫੈਸਰ ਦੀਪਾਲੀ ਗੁਲ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਦੀਪਾਲੀ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਟੀਵੀ ਪੰਜਾਬ। ਬਹੁਤ ਬਹੁਤ ਜੀ ਬਿਲਕੁਲ। ਔਰ ਦੀਪਾਲੀ ਜੀ, ਅੱਜ ਅਸੀਂ ਗੱਲ ਡਿਪਰੈਸ਼ਨ ਦੇ ਪੇਸ਼ੈਂਟਸ ਦੀ ਕਰਾਂਗੇ, ਕਿਉਂਕਿ ਡਿਪਰੈਸ਼ਨ ਦੇ ਵਿੱਚ ਯੂਥ ਵੀ ਹੈ। ਪਹਿਲਾਂ ਕਹਿੰਦੇ ਸੀ ਕਿ ਉਮਰ ਵੱਧਦੀ ਹੈ ਬੰਦੇ ਦੀ ਤਾਂ ਪਰੇਸ਼ਾਨੀਆਂ ਵੀ ਵੱਧ ਜਾਂਦੀਆਂ ਨੇ, ਪਰ ਹੁਣ ਤਾਂ ਬੱਚੇ ਤੱਕ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਨੇ। ਬੱਚੇ ਜਿਨ੍ਹਾਂ ਨੂੰ ਕੋਈ ਚਿੰਤਾ ਨਹੀਂ ਹੁੰਦੀ, ਕਹਿੰਦੇ ਨੇ ਸਭ ਤੋਂ ਬੇਫਿਕਰੀ ਦੀ ਉਮਰ ਜੇ ਹੁੰਦੀ ਹੈ ਤਾਂ ਉਹ ਬਚਪਨ ਹੀ ਹੁੰਦਾ ਹੈ। ਹਰ ਕੋਈ ਆਖਦਾ ਹੈ ਕਿ ਹਾਂ ਯਾਰ ਕਿਉਂ ਵੱਡੇ ਹੋ ਗਏ। ਬਚਪਨਾ ਜੋ ਹੈ ਉਹਦੇ ਵਿੱਚ ਵਾਪਸ ਚਲੇ ਜਾਈਏ, ਚੰਗੇ ਦਿਨ ਮੋੜ ਆਉਣ ਸਾਡੇ, ਕਿਉਂਕਿ ਮਾਂ-ਬਾਪ ਨੇ ਸਿਰ ਤੇ ਤਾਂ ਕੋਈ ਫਿਕਰ ਨਹੀਂ ਹੈ। ਪਰ ਹੁਣ ਤਾਂ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ। ਮੈਂ ਚਾਹਾਂਗੀ ਕਿ ਆਪਾਂ ਯੂਥ ਦੀ ਗੱਲ ਵੀ ਕਰਨੀ ਹੈ, ਬਟ ਸ਼ੁਰੂਆਤ ਆਪਾਂ ਬੱਚਿਆਂ ਤੋਂ ਕਰੀਏ ਕਿ ਬੱਚੇ ਜੋ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ, ਵਜ੍ਹਾ ਕੀ ਹੈ? ਬੱਚਿਆਂ ਦੇ ਵਿੱਚ ਡਿਪਰੈਸ਼ਨ ਜੀ ਅੱਜਕੱਲ ਬਹੁਤ ਪਾਇਆ ਜਾ ਰਿਹਾ। ਹੁਣੇ ਹੀ ਮੈਂ ਇੱਕ ਪੇਸ਼ੈਂਟ ਦੇਖ ਕੇ ਆਈ ਹਾਂ। ਬੱਚਾ 13 ਸਾਲ ਦੀ ਬੱਚੀ, 7ਵੀਂ ਕਲਾਸ ਦੀ, ਤੇ ਆ ਕੇ ਕਹਿ ਰਹੀ ਹੈ ਮੇਰਾ ਰੋਣ ਨੂੰ ਦਿਲ ਕਰਦਾ, ਮੈਂ ਖੁਸ਼ ਨਹੀਂ ਹੋ ਪਾ ਰਹੀ ਹਾਂ। ਜੇ ਪਤਾ ਕੀਤਾ ਤਾਂ ਘਰ ਪਰਿਵਾਰ 'ਚ ਜਾਂ ਸਕੂਲ ਦੇ ਵਿੱਚ ਕੋਈ ਇੱਦਾਂ ਦੀ ਦਿੱਕਤ ਨਹੀਂ ਸੀ, ਪਰ ਬੱਚੀ ਪਰੇਸ਼ਾਨ ਹੈ। ਸੋ ਉਹਦੇ ਵਿੱਚ ਪਾਇਆ ਗਿਆ ਕਿ ਉਹਦੀ ਫੈਮਿਲੀ ਹਿਸਟਰੀ ਵੀ ਪੋਜ਼ੀਟਿਵ ਸੀਗੀ। ਸੋ ਅੱਜਕੱਲ ਜਿਹੜੇ ਬੱਚੇ ਹੈਗੇ, ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਪਰਿਵਾਰ ਜਿਹੜੇ ਏਕਲ ਹੋ ਗਏ ਆ। ਠੀਕ ਹੈ, ਸਿਰਫ ਮਾਤਾ ਪਿਤਾ ਹੁੰਦੇ ਘਰ 'ਚ। ਸੋ ਮਾਤਾ ਪਿਤਾ ਕੰਮ ਤੇ ਚਲੇ ਜਾਂਦੇ ਆ, ਦੋਨੋਂ ਹੀ ਵਰਕਿੰਗ ਹੋ ਗਏ ਆ। ਸੋ ਬੱਚਾ ਇਕੱਲਾ, ਇੱਕ ਬੱਚਾ ਹੋ ਗਿਆ ਜਾਂ ਇੱਕ ਜਾਂ ਦੋ ਬੱਚੇ, ਤੇ ਮਾਤਾ ਪਿਤਾ ਸਮੇਂ ਨਹੀਂ ਦੇ ਪਾਉਂਦੇ। ਦੋਨੋਂ ਕੰਮ ਤੇ ਜਾਂਦੇ, ਆ ਕੇ ਬੱਚੇ ਦੀ ਗੱਲ ਹੀ ਸੁਣਨ ਦਾ ਕਿਸੇ ਕੋਲ ਵਕਤ ਨਹੀਂ ਹੁੰਦਾ। ਬੱਚਾ ਆਉਂਦਾ, ਇੱਕ ਐਕਟੀਵਿਟੀ ਤੇ ਭੇਜ ਦਿੰਦੇ ਆ, ਦੂਜੀ ਤੇ ਭੇਜ ਦਿੰਦੇ ਆ, ਟਿਊਸ਼ਨ, ਫਿਰ ਸਕੂਲ। ਸੋ ਉਹ ਆਪਣੇ ਮਨ ਦੀਆਂ ਗੱਲਾਂ ਸ਼ੇਅਰ ਨਹੀਂ ਕਰ ਪਾਉਂਦਾ। ਜਦੋਂ ਵੀ ਬੱਚਾ ਹੁੰਦਾ ਸਕੂਲੋਂ ਆ ਕੇ ਉਹਨੇ ਦੱਸਣਾ ਹੁੰਦਾ ਮੰਮਾ ਜੇ ਹੋਇਆ, ਪਾਪਾ ਜੇ ਹੋਇਆ ਸਕੂਲ 'ਚ। ਸੋ ਉਹਦੀ ਗੱਲ ਸੁਣਨ ਲਈ ਕੋਈ ਨਹੀਂ ਹੁੰਦਾ। ਅਗਰ ਗੱਲ ਸੁਣਨ ਨੂੰ ਵੀ ਹੁੰਦੇ, ਕਈ ਵਾਰ ਹੁੰਦੇ ਆ, ਕਈ ਮਾਤਾ ਪਿਤਾ ਘਰੇ ਵੀ ਹੈਗੇ ਕਈਆਂ ਦੇ, ਪਰ ਉਹ ਸੁਣ ਕੇ ਗੌਰ ਨਹੀਂ ਕਰਦੇ। ਬੱਚੇ ਨੇ ਕਿਹਾ ਵੀ ਅੱਜ ਸਕੂਲ 'ਚ ਮੰਮਾ ਉਹ ਬੱਚੇ ਨੇ ਮੈਨੂੰ ਛੇੜਿਆ ਜਾਂ ਮੈਨੂੰ ਤੰਗ ਕੀਤਾ। ਸੋ ਕੁਛ ਮਾਤਾ ਪਿਤਾ ਦਾ ਧਿਆਨ ਦਿੰਦੇ ਆ, ਕੁਛ ਮਾਤਾ ਪਿਤਾ ਨੇ ਚੱਲ ਕੋਈ ਨਾ ਬੇਟਾ, ਕੋਈ ਨਾ, ਕੋਈ ਵੱਡੀ ਗੱਲ ਨਹੀਂ ਹੈ। ਫਿਰ ਇਸੇ ਤਰ੍ਹਾਂ ਘਰ ਦੇ ਵਿੱਚ ਵੀ ਝਗੜੇ ਹੋ ਰਹੇ ਹੈ। ਠੀਕ ਹੈ, ਸੋ ਫਾਈਨੈਂਸ਼ੀਅਲ ਕ੍ਰਾਈਸਿਸ ਚੱਲ ਰਹੇ ਹੈ। ਸੋ ਨਸ਼ੇ ਬਹੁਤ ਕਾਮਨ ਹੋ ਗਏ ਹੈ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਬੱਚੇ ਦੇ ਜਿਹੜੇ ਹੈਗੇ ਉਹਦੇ ਸੁਭਾਅ 'ਤੇ ਬਹੁਤ ਵੱਡਾ ਫਰਕ ਪਾ ਰਹੇ ਹੈ। ਸੋ ਇਸ ਕਰਕੇ ਬੱਚੇ ਦਿਨ ਪ੍ਰਤੀ ਦਿਨ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਜਾ ਰਹੇ ਹੈ। ਪੇਰੈਂਟਸ, ਇਹ ਵੀ ਕਹਿ ਸਕਦੇ ਹਾਂ ਕਿ ਪੇਰੈਂਟਸ ਠੀਕ ਹੈ ਵਰਕਿੰਗ ਨੇ, ਉਹਨਾਂ ਕੋਲ ਉਹ ਪ੍ਰੈਸ਼ਰ ਹੈ ਕਿਉਂਕਿ ਉਹ ਵੀ ਬਾਹਰੋਂ ਕਿਸੇ ਨਾ ਕਿਸੇ ਤਰੀਕੇ ਦਾ ਜੱਦੋ ਜਹਿਦ ਕਰਕੇ ਘਰ ਪਰਤਦੇ ਨੇ। ਉਸ ਤੋਂ ਬਾਅਦ ਉਹ ਵੀ ਚਾਹੁੰਦੇ ਨੇ ਕਿ ਸਾਨੂੰ ਵੀ ਥੋੜ੍ਹਾ ਆਪਣੇ ਲਈ ਟਾਈਮ ਮਿਲ ਜਾਏ, ਔਰ ਉਹ ਇਸੇ ਚੱਕਰ ਦੇ ਵਿੱਚ ਬੱਚੇ ਨੂੰ ਟਾਈਮ ਨਹੀਂ ਦੇ ਪਾਉਂਦੇ, ਜਦ ਕਿ ਬੱਚੇ ਨੂੰ ਟਾਈਮ ਦੇਣਾ ਵੀ ਓਨਾ ਹੀ ਜ਼ਰੂਰੀ ਹੈ। ਬਿਲਕੁਲ। ਔਰ ਬਿਲਕੁਲ ਇਹਦੇ ਨਾਲ ਹੀ ਮੈਂ ਇਹ ਵੀ ਜਾਣਨਾ ਚਾਹਾਂਗੀ ਕਿ ਇਹ ਤਾਂ ਚਲੋ ਹੋ ਗਿਆ ਕਿ ਫੈਮਿਲੀ ਕਿੰਨਾ ਕੁ ਆਪਣੇ ਬੱਚੇ ਨੂੰ ਪ੍ਰਾਇੋਰਟੀ ਦੇ ਰਹੀ ਹੈ ਨਾ, ਲੇਕਿਨ ਬੱਚਿਆਂ ਦਾ ਖਾਣਾ ਪੀਣਾ, ਜਾਂ ਬੱਚੇ ਅੱਜ ਕੱਲ੍ਹ ਅਗਰ ਕਹਿ ਲਈਏ ਕਿ ਆਊਟਡੋਰ ਗੇਮਿੰਗ ਵੱਲ ਉਹਨਾਂ ਦਾ ਧਿਆਨ ਨਹੀਂ ਹੈ, ਇੱਕ ਰੂਮ ਦੇ ਵਿੱਚ ਇੱਕ ਫੋਨ ਦੇ ਵਿੱਚ ਸਿਮਟ ਕੇ ਰਹਿ ਗਏ ਨੇ, ਇਹ ਵੀ ਜ਼ਿੰਮੇਵਾਰੀ ਹੈ ਜੀ। ਇਸੇ ਗੱਲ ਬਾਰੇ ਮੈਂ ਦੱਸਾਂ ਤਾਂ ਪਰਸੋਂ ਇੱਕ ਬੱਚਾ ਆਇਆ ਸੀ ਮੇਰੇ ਕੋਲ। ਉਹ ਸਿਰਫ ਦਿਖਾਉਣ ਤਾਂ ਲਿਆਏ ਸੀ ਵੀ ਬੇਹੋਸ਼ ਹੋ ਗਿਆ, ਲੇਕਿਨ ਉਹਦੇ ਵਿੱਚ ਵੀ ਜਦੋਂ ਪਾਇਆ ਗਿਆ ਤੇ ਉਹ ਬੱਚੇ ਦਾ ਸਕਰੀਨ ਟਾਈਮ ਸੀ ਜੀ 5 ਤੋਂ ਲੈ ਕੇ 8 ਵਜੇ ਤੱਕ। ਸਕੂਲ 'ਚੋਂ ਆਉਣ ਤੋਂ ਬਾਅਦ ਉਹ ਥੋੜ੍ਹੀ ਦੇਰ ਖੇਲ ਕੇ ਫਿਰ 5 ਤੋਂ 8 ਵਜੇ ਤੱਕ 3 ਘੰਟੇ ਉਹ ਗੇਮਾਂ ਖੇਲਦਾ ਸੀਗਾ। ਸੋ ਬੱਚਿਆਂ 'ਚ ਆਨਲਾਈਨ ਗੇਮਿੰਗ ਕੁਛ ਤਾਂ ਕੋਵਿਡ ਟਾਈਮ ਨੇ ਬਹੁਤ ਜ਼ਿਆਦਾ ਵਧਾ ਦਿੱਤੀ ਹੈ ਜੀ, ਕਿਉਂਕਿ ਹਰ ਬੱਚੇ ਦੇ ਹੱਥ 'ਚ ਫ਼ੋਨ ਨਹੀਂ ਵੀ ਦੇਣਾ ਚਾਹੁੰਦੇ ਫਿਰ ਵੀ ਆ ਗਿਆ। ਫਿਰ ਮਾਤਾ ਪਿਤਾ ਨੂੰ ਵੀ ਲੱਗਦਾ ਚੱਲ ਠੀਕ ਹੈ ਬੱਚਾ ਪੜ੍ਹ ਰਿਹਾ, ਫ਼ੋਨ ਲੈ ਦਿਓ ਇਹਨੂੰ। ਉਹ ਫ਼ੋਨ 'ਤੇ ਪੜ੍ਹਾਈ ਘੱਟ ਹੋ ਰਹੀ ਹੈ ਅਤੇ ਗੇਮਿੰਗ ਜਿਹੜੀ ਹੈ ਉਹ ਵੱਧ ਗਈ ਹੈ। ਸੋ ਆਦਤ ਵੀ ਵੱਧ ਗਈ ਹੈ। ਫਿਰ ਉਹਦੇ ਨਾਲ ਹੀ ਫੇਸਬੁੱਕ ਫਰੈਂਡਸ, ਫਿਰ ਬੁਲਿੰਗ, ਇਹ ਸਾਰੀਆਂ ਸਮੱਸਿਆ ਵੀ ਬਹੁਤ ਜ਼ਿਆਦਾ ਵੱਧ ਰਹੀਆਂ, ਜਿਹੜੇ ਬੱਚੇ 'ਤੇ ਅਫੈਕਟ ਕਰੀ ਜਾਂਦੀਆਂ ਦਿਨ ਪ੍ਰਤੀ ਦਿਨ। ਬੱਚਾ ਚੁੱਪ ਰਹਿਣ ਲੱਗ ਜਾਂਦਾ, ਮਾਤਾ ਪਿਤਾ ਨਾਲ ਆਪਣੀ ਗੱਲ ਨਹੀਂ ਸ਼ੇਅਰ ਕਰਦਾ। ਸੋ ਇਸ ਤਰ੍ਹਾਂ ਉਹਨਾਂ 'ਚ ਡਿਪਰੈਸ਼ਨ ਵੱਧਦਾ ਜਾ ਰਿਹਾ।
ਬਿਲਕੁਲ, ਔਰ ਇੱਥੇ ਮੈਂ ADHD ਦਾ ਵੀ ਜ਼ਿਕਰ ਕਰਨਾ ਚਾਹਾਂਗੀ। ਸ਼ਾਇਦ ਬਹੁਤੇ ਮਾਪੇ ਇਸ ਬਾਰੇ ਨਾ ਜਾਣਦੇ ਹੋਣ, ਔਰ ਬਿਲਕੁਲ ਇਸ ਟੀਵੀ ਪੰਜਾਬ ਦੇ ਮਾਧਿਅਮ ਰਾਹੀਂ ਉਹਨਾਂ ਕੋਲ ਵੀ ਇਹ ਸੁਨੇਹਾ ਪਹੁੰਚੇਗਾ। ADHD ਵੀ ਬੱਚਿਆਂ ਦੇ ਵਿੱਚ ਇਹ ਡਾਇਜ਼ੀਜ਼ ਪਾਈ ਜਾ ਰਹੀ ਹੈ। ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਕਿ ਇਹ ਡਾਇਜ਼ੀਜ਼ ਹੈ ਕੀ? ADHD ਜੀ ਅਟੈਂਸ਼ਨ ਡੈਫਿਸਿਟ ਹਾਈਪਰਕਾਈਨੈਟਿਕ ਡਿਸਆਰਡਰ। ਸੋ ਜਿੱਦਾਂ ਨਾਮ ਹੀ ਦੱਸ ਰਿਹਾ ਵੀ ਬੱਚਾ ਟਿੱਕੇ ਨਹੀਂ ਬੈਠਦਾ। ਸੋ ਬੱਚਾ ਹੈਗਾ ਇੱਕ ਜਗ੍ਹਾ, ਉਹਨੂੰ ਕਹਿ ਦਿਓ ਟਿੱਕੇ ਬੈਠ ਨੂੰ, ਨਹੀਂ ਬੈਠਦਾ, ਇੱਧਰ ਉੱਧਰ ਭੱਜਿਆ ਫਿਰਦਾ, ਫਿਰ ਦੂਸਰੇ ਬੱਚਿਆਂ ਨੂੰ ਛੇੜਦਾ, ਫਿਰ ਸਕੂਲ 'ਚ ਵੀ ਸ਼ੈਤਾਨੀ ਕਰਦਾ। ਸੋ ਕਈ ਵਾਰ ਟੀਚਰਸ ਬੁਲਾ ਕੇ ਮਾਤਾ ਪਿਤਾ ਨੂੰ ਦੱਸਦੇ ਆ ਵੀ ਤੁਹਾਡਾ ਬੱਚਾ ਤੰਗ ਕਰ ਰਿਹਾ। ਸੋ ਮਾਤਾ ਪਿਤਾ ਨੂੰ ਅੰਨੀ ਜਿਹੜੀ ਜਾਣਕਾਰੀ ਨਹੀਂ ਹੁੰਦੀ, ਸੋ ਇਸ ਕਰਕੇ ਉਹ ਸਮਝਦੇ ਚਲੋ ਸ਼ਰਾਰਤੀ ਹੈ ਬੱਚਾ, ਸ਼ਰਾਰਤੀ ਕਰਕੇ ਕਈ ਵਾਰ 2-3 ਸਾਲ ਕੱਢ ਦਿੰਦੇ ਆ। ਸੋ ਜਦੋਂ ਤੱਕ ਪਹੁੰਚਦੇ ਆ ਡਾਕਟਰ ਕੋਲ, ਉਦੋਂ ਤੱਕ ਉਹ ਬਿਮਾਰੀ ਇੰਨੀ ਵੱਧ ਚੁੱਕੀ ਹੁੰਦੀ ਹੈ ਕਿ ਬੱਚਾ ਬਹੁਤ ਜ਼ਿਆਦਾ ਸ਼ਰਾਰਤਾਂ ਕਰ ਰਿਹਾ, ਫਿਰ ਉਹਦੀ ਪੜ੍ਹਾਈ ਇਫੈਕਟ ਹੋ ਜਾਂਦੀ ਹੈ। ਕਿਉਂਕਿ ਜੋ ਬੈਠ ਕੇ ਧਿਆਨ ਹੀ ਨਹੀਂ ਦਊਗਾ ਤਾਂ ਦਿਮਾਗ ਗੱਲ 'ਚ ਨਹੀਂ ਜਾਊਗੀ, ਫਿਰ ਦਿਮਾਗ 'ਚ ਨਹੀਂ ਗੱਲ ਗਈ ਤਾਂ ਫਿਰ ਉਹ ਪੜ੍ਹੂਗਾ ਕਿੱਦਾਂ। ਸੋ ਉਹਦੀ ਪੜ੍ਹਾਈ 'ਚ ਪਿਛੜਦਾ ਚਲਾ ਜਾਂਦਾ, ਸ਼ਰਾਰਤਾਂ 'ਚ ਵੱਧਦਾ ਜਾਂਦਾ। ਸੋ ਇਸ ਤਰ੍ਹਾਂ ਦੇ ਬੱਚੇ ਜਦੋਂ ਡਾਇਗਨੋਜ਼ ਹੁੰਦੇ ਆ ਤਾਂ ADHD, ਤੇ ਉਹਨਾਂ ਲਈ ਪ੍ਰੋਪਰ ਇੱਕ ਟਰੀਟਮੈਂਟ ਅਵੇਲੇਬਲ ਹੈ। ਸੋ ਦਵਾਈ ਦੇ ਕੇ ਉਹਨੂੰ ਠੀਕ ਕੀਤਾ ਜਾ ਸਕਦਾ ਹੈ। ਸਿੰਪਟਮਸ ਕਿੰਨੀ ਕੁ ਉਮਰ ਤੱਕ ਜੋ ਨੇ ਉਹ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਨੇ? ਔਰ ਜਿੱਦਾਂ ਤੁਸੀਂ ਕਿਹਾ ਕਿ ਜਦੋਂ ਤੱਕ ਪੇਰੈਂਟਸ ਡਾਕਟਰ ਨੂੰ ਅਪਰੋਚ ਕਰਦੇ ਨੇ ਤਾਂ ਕਾਫੀ ਟਾਈਮ ਨਿਕਲ ਚੁੱਕਿਆ ਹੁੰਦਾ ਹੈ, ਤਾਂ ਪੇਰੈਂਟਸ ਕਿਹੜੀ ਏਜ ਦੇ ਵਿੱਚ ਬੱਚੇ ਨੂੰ ਤੁਹਾਡੇ ਕੋਲ ਲੈ ਕੇ ਆਉਂਦੇ? 3 ਤੋਂ 4 ਸਾਲ ਤੋਂ ਬਾਅਦ ਜੀ ADHD ਨੂੰ ਅਸੀਂ ਡਾਇਗਨੋਸ ਕਰ ਸਕਦੇ ਹਾਂ। ਸੋ ਕਿਉਂਕਿ 3-4 ਸਾਲ ਦਾ ਬੱਚਾ ਜਿਹੜਾ ਉਹ ਸਕੂਲ ਜਾਣ ਲੱਗ ਜਾਂਦਾ ਹੈ ਜਾਂ ਫਿਰ ਉਹਦੇ ਬੈਠਣ ਦਾ ਪਤਾ ਚੱਲਦਾ ਹੈ। ਸੋ 3-4 ਸਾਲ 'ਚ ਜੇ ਬੱਚਾ ਬਹੁਤ ਜ਼ਿਆਦਾ ਸ਼ਰਾਰਤੀ ਹੈ, ਜੇ ਤੁਸੀਂ ਇਹ ਕਹਿਣਾ ਸ਼ੁਰੂ ਕਰ ਦਿਓ ਵੀ ਮੈਂ ਇਹਨੂੰ ਕਿਤੇ ਲੈ ਕੇ ਹੀ ਨਹੀਂ ਜਾ ਸਕਦੀ, ਕਿਸੇ ਫੰਕਸ਼ਨ 'ਤੇ ਵੀ ਨਹੀਂ ਲਿਜਾ ਸਕਦੀ, ਕਿਉਂਕਿ ਉੱਥੇ ਲਿਜਾਵਾਂਗੇ ਇਹਨੇ ਦੌੜੇ ਫਿਰਨਾ, ਕਦੇ ਪੌੜੀ ਚੜ੍ਹ ਗਿਆ, ਕਦੇ ਸਿਰ 'ਤੇ ਸੱਟਾਂ ਲਵਾ ਲੀਆਂ, ਕਦੇ ਕਿਸੇ ਬੱਚੇ ਨੂੰ ਮਾਰਤਾ, ਪੈਨਸਿਲ ਖਵੋਤੀ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਇਹ ਬੱਚੇ ਕਰਦੇ ਆ। ਸੋ ਇਸ ਕਰਕੇ ਜਿੰਨੀ ਜਲਦੀ ਇਹਦਾ ਪਤਾ ਚੱਲੇ ਓਨੀ ਜਲਦੀ ਇਹਦਾ ਇਲਾਜ ਹੋ ਸਕਦਾ ਹੈ। ਤਾਂ ਬਿਲਕੁਲ, ਔਰ ਇਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਸਿੰਪਟਮਸ ਦੱਸੇ ਕਿ ਇਰੀਟੇਟ, ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਬੱਚਾ ਪਹਿਲਾਂ ਖੁਦ ਇਰੀਟੇਟ ਹੁੰਦਾ, ਫਿਰ ਖਿੱਚ ਕੇ ਹੀ ਅਜਿਹੇ ਕੰਮ ਕਰਦਾ ਹੈ, ਤਾਂ ਇਹਦੇ ਰੋਕਥਾਮ ਕਿਸ ਤਰ੍ਹਾਂ ਕਰ ਸਕਦੇ ਆ? ਸਭ ਤੋਂ ਪਹਿਲਾਂ ਕਿਉਂਕਿ ਘਰ ਤੋਂ ਹੀ ਟਰੀਟਮੈਂਟ ਸ਼ੁਰੂ ਹੁੰਦੇ ਨੇ, ਤਾਂ ਕਿਸ ਤਰ੍ਹਾਂ ਇਸ ਨੂੰ ਪੇਰੈਂਟਸ ਕਿਸ ਤਰ੍ਹਾਂ ਰੋਕ ਸਕਦੇ? ਪੈਰੈਂਟਸ ਹੀ ਜਦੋਂ ਤੱਕ ਅਗਰ ਨਹੀਂ ਜਾਣਦੇ, ਤੁਸੀਂ ਦੇਖ ਰਹੇ ਹੋ ਤੁਹਾਡੇ ਬੱਚੇ 'ਚ ਐਨਰਜੀ ਜ਼ਿਆਦਾ ਹੈ, ਸੋ ਅਸੀਂ ਉਹਦੀ ਐਨਰਜੀ ਨੂੰ ਕੰਜ਼ਿਊਮ ਕਰਨਾ ਹੈ। ਸੋ ਐਨਰਜੀ ਕੰਜ਼ਿਊਮ ਕਰਨ ਲਈ ਤੁਸੀਂ ਦੇਖੋ ਤੁਹਾਡੇ ਬੱਚੇ 'ਚ ਸ਼ੌਂਕ ਕੀ ਹੈ। ਸੋ ਬੱਚੇ ਨੂੰ ਅਗਰ ਪੜ੍ਹਨ ਲਿਖਣ ਦਾ ਸ਼ੌਂਕ ਹੈ, ਪੇਂਟਿੰਗ ਦਾ ਸ਼ੌਂਕ ਹੈ, ਤੁਸੀਂ ਉਹਨੂੰ ਬੋਰਡ ਲਿਆ ਦਿਓ, ਉਹ ਬੋਰਡ ਦੇ ਉੱਤੇ ਲਿਖੂਗਾ, ਕਿਉਂਕਿ ਐਨਰਜੀ ਜ਼ਿਆਦਾ ਉਹਨੇ ਕਿਤੇ ਨਾ ਕਿਤੇ ਲਗਾਉਣੀ ਹੈ। ਖਾਲੀ ਦਿਮਾਗ ਸ਼ੈਤਾਨ ਦਾ ਘਰ, ਜੇ ਉਹ ਟਿਕ ਕੇ ਨਹੀਂ ਬੈਠੂਗਾ ਤਾਂ ਉਹ ਸ਼ਰਾਰਤਾਂ ਕਰੂਗਾ। ਸੋ ਉਹਨੂੰ ਤੁਸੀਂ ਪੇਂਟਿੰਗ ਲਿਆ ਸਕਦੇ ਹੋ। ਫਿਰ ਉਹਦੀ ਕੋਈ ਹੋਰ ਐਕਟੀਵਿਟੀ ਦਾ ਸ਼ੌਂਕ ਹੈ, ਡਾਂਸਿੰਗ ਦਾ, ਯੋਗਾ ਦਾ ਜਾਂ ਕੁਕਿੰਗ ਦਾ, ਤਾਂ ਤੁਸੀਂ ਉਹਨੂੰ ਆਪਣੇ ਨਾਲ ਇਨਵੋਲਵ ਕਰ ਸਕਦੇ ਹੋ, ਯੋਗਾ ਕਲਾਸ ਜੁਆਇਨ ਕਰਾ ਸਕਦੇ ਹੋ। ਫਿਰ ਕੋਈ ਨਾ ਕੋਈ ਐਕਟੀਵਿਟੀਜ਼ ਬੱਚਿਆਂ ਦੀਆਂ, ਅੱਜ ਕੱਲ੍ਹ ਬਹੁਤ ਸਾਰੀਆਂ ਐਕਟੀਵਿਟੀਜ਼ ਅਵੇਲੇਬਲ ਹੈ, ਕਰਾਫਟ ਹੈ, ਆਰਟ ਐਂਡ ਕਰਾਫਟ ਹੈ, ਕਲੇ ਲਿਆ ਦਿਓ, ਬਹੁਤ ਛੋਟੇ ਬੱਚੇ ਹੈ, ਗੇਮਾਂ ਲਿਆ ਦਿਓ ਇਸ ਤਰ੍ਹਾਂ ਦੀਆਂ, ਮੋਬਾਈਲ ਫੋਨ ਨਹੀਂ, ਕੈਰਮ ਬੋਰਡ, ਲੂਡੋ, ਤਾਸ਼। ਸੋ ਇਹ ਸਾਰਾ ਇਹ ਬੱਚੇ ਖੇਲ ਸਕਦੇ ਆ ਅਤੇ ਉਹਦੇ 'ਚ ਆਪਣੀ ਐਨਰਜੀ ਲਗਾਉਣ। ਜੀ ਬਿਲਕੁਲ, ਔਰ ਇਹਦੇ ਨਾਲ ਹੀ ਮੈਂ ਇਹ ਵੀ ਜਾਣਨਾ ਚਾਹਾਂਗੀ ਕਿ ਬੱਚਿਆਂ ਦਾ ਖਾਣਾ ਪੀਣਾ ਅੱਜ ਕੱਲ੍ਹ ਫਾਸਟ ਫੂਡ ਜੋ ਹੈ ਉਹ ਜ਼ਿਆਦਾ ਫੇਵਰੇਟ ਹੋ ਗਿਆ ਹੈ ਰੈਦਰ ਦੈਨ ਹੈਲਦੀ ਫੂਡ, ਇਹ ਵੀ ਅਸਰ ਪਾਉਂਦਾ ਹੈ? ਬਿਲਕੁਲ ਪਾਉਂਦਾ ਜੀ। ਸੋ ਜਿਸ ਤਰ੍ਹਾਂ ਦੀ ਡਾਈਟ ਹੈ, ਪਹਿਲਾਂ ਨਹੀਂ ਸੀ, ਹੁਣ ਇਸ ਬਾਰੇ ਕਾਫੀ ਜਿਹੜਾ ਹੈਗਾ ਅਧਿਐਨ ਕੀਤਾ ਗਿਆ ਵੀ ਜਿਹੜਾ ਡਾਈਟ ਹੈ ਨਾ ਉਹ ਵੀ ਬੱਚੇ 'ਤੇ ਅਫੈਕਟ ਕਰਦੀ ਹੈ। ਸੋ ਜਿੰਨਾ ਅੱਛਾ ਘਰ ਦਾ ਅਤੇ ਪੌਸ਼ਟਿਕ ਖਾਣਾ ਖਾਂਦੇ ਆ, ਓਨਾ ਵਧੀਆ ਉਹਨਾਂ ਦੀ ਜਿਹੜਾ ਬਚਪਨ ਵਧੀਆ ਬੀਤਦਾ, ਠੀਕ ਹੈ। ਲੇਕਿਨ ਅਗਰ ਜੰਕ ਫੂਡ, ਕਿਉਂਕਿ ਜ਼ੋਮੈਟੋ ਸਵਿਗੀ ਆ ਗਏ ਹੈ, ਸੋ ਉਹਨੇ ਹਰ ਬੱਚੇ ਦੇ ਹੱਥ 'ਚ ਮੋਬਾਈਲ ਫੋਨ ਹੈਗਾ। ਸੋ ਮਾਂ ਬਾਪ ਨੂੰ ਪੁੱਛਿਆ ਜਾਂ ਉਹਨਾਂ ਦਾ ਨੰਬਰ ਪਹਿਲਾਂ ਹੀ ਪਤਾ ਹੁੰਦਾ, ਔਡਰ ਕੀਤਾ, ਮੰਗਾਇਆ ਅਤੇ ਖਾ ਲਿਆ। ਸੋ ਉਹ ਵੀ ਬੱਚੇ ਦੀ ਸਿਹਤ 'ਤੇ ਤਾਂ ਅਸਰ ਕਰਦਾ ਹੀ ਕਰਦਾ, ਨਾਲ ਹੀ ਉਹਦੇ ਮਾਨਸਿਕ ਵਿਕਾਸ 'ਤੇ ਵੀ ਬਹੁਤ ਜ਼ਿਆਦਾ ਅਸਰ ਕਰਦਾ ਹੈ। ਸਿਹਤ ਚੰਗੀ ਰੱਖਣੀ ਹੈ ਤਾਂ ਖੁਰਾਕ ਵੀ ਚੰਗੀ ਰੱਖਣੀ ਬਹੁਤ ਜ਼ਰੂਰੀ ਹੈ। ਬਿਲਕੁਲ ਜੀ, ਇਹਦੇ ਨਾਲ ਹੀ ਮੈਮ ਆਪਾਂ ਯੂਥ ਦੀ ਵੀ ਗੱਲ ਕਰਾਂਗੇ। ਯੂਥ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਤਾਂ ਹਾਰਟ ਅਟੈਕ ਦੀਆਂ ਘਟਨਾਵਾਂ ਜ਼ਿਆਦਾ ਹੋ ਰਹੀਆਂ ਨੇ, ਇਸ ਤਰ੍ਹਾਂ ਦੀਆਂ ਖਬਰਾਂ ਜ਼ਿਆਦਾ ਸਾਹਮਣੇ ਆ ਰਹੀਆਂ ਨੇ। ਤੰਦਰੁਸਤ ਸਰੀਰ ਹੈ ਪਰ ਖਬਰ ਆਉਂਦੀ ਹੈ ਕਿ ਹਾਰਟ ਅਟੈਕ ਨਾਲ ਮੌਤ ਹੋ ਗਈ। ਹੈਰਾਨਗੀ ਵੀ ਉਨੀ ਹੀ ਹੁੰਦੀ ਹੈ ਖਬਰਾਂ ਪੜ੍ਹ ਕੇ। ਖਾਸ ਤੌਰ 'ਤੇ ਕੈਨੇਡਾ ਦਾ ਜ਼ਿਕਰ ਕਰਾਂਗੇ। ਕੈਨੇਡਾ ਦੇ ਵਿੱਚ ਯੂਥ ਜਾਂਦੇ ਨੇ, ਪੰਜਾਬੀ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ ਉੱਥੇ, ਔਰ ਇਹੀ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਜਵਾਨ ਪੁੱਤ ਦੀ ਮੌਤ ਹੋ ਗਈ, ਕਾਰਨ ਹਾਰਟ ਅਟੈਕ। ਇਹਨਾਂ ਦੇ ਪਿੱਛੇ ਕਾਰਨ ਕੀ ਰਹੇ? ਕਿ ਡਿਪਰੈਸ਼ਨ, ਵਰਕਲੋਡ ਉੱਥੇ ਜਾ ਕੇ ਜ਼ਿਆਦਾ ਹੋ ਜਾਂਦਾ ਹੈ, ਜਾਂ ਫਿਰ ਖਾਣਾ ਪੀਣਾ ਉੱਥੇ ਜਾ ਕੇ ਚੇਂਜ ਹੁੰਦਾ ਹੈ, ਕੁਝ ਉਹ ਵੀ ਸਾਹਮਣੇ? ਸਾਰੇ ਫੈਕਟਰ ਹੈ ਜੀ, ਕਿਉਂਕਿ ਇੱਕ ਫੈਕਟਰ ਇਕੱਲਾ ਨਹੀਂ ਕਰ ਸਕਦਾ। ਸੋ ਸਟ੍ਰੈਸ, ਚੰਗਾ ਸਟ੍ਰੈਸ, ਮਾੜਾ ਸਟ੍ਰੈਸ, ਦੋਨੋਂ ਹੀ ਖਤਰਨਾਕ ਹੁੰਦੇ ਆ। ਸੋ ਮਾੜਾ ਸਟ੍ਰੈਸ ਜ਼ਿਆਦਾ, ਤੁਸੀਂ ਬਾਹਰ ਗਏ ਹੋ ਕੈਨੇਡਾ, ਠੀਕ ਹੈ, ਤੁਹਾਡਾ ਖਾਣ ਪਾਨ ਸਾਰਾ ਬਦਲ ਗਿਆ, ਫਿਰ ਤੁਹਾਡਾ ਲਾਈਫ ਸਟਾਈਲ ਬਦਲ ਗਿਆ,
ਫਿਰ ਸਟ੍ਰੈਸ ਚੱਲ ਰਿਹਾ ਕਿਉਂਕਿ ਸ਼ੁਰੂ 'ਚ ਹਲੇ ਤੁਸੀਂ ਕੰਮ ਕਰ ਰਹੇ ਹੋ ਜਾਂ ਕੰਮ ਲੱਭ ਰਹੇ ਹੋ, ਤੁਹਾਨੂੰ ਆਪਣੇ ਫੈਮਿਲੀ ਪ੍ਰੈਸ਼ਰ ਚੱਲ ਰਿਹਾ, ਫੈਮਿਲੀ ਸੈਟਲ ਕਰਨੀ ਹੈ, ਪਰਿਵਾਰ ਨੂੰ ਵੀ ਪੈਸੇ ਭੇਜਣੇ ਆ, ਇੱਥੇ ਵੀ ਚਾਹੀਦੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜਾ ਚੇਂਜ ਹੁੰਦਾ ਹੈ ਉਹਦੇ ਨਾਲ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ। ਸੋ ਹੋ ਸਕਦਾ ਹੈ ਕਿ ਕਦੇ ਕਦੇ ਉਹਦਾ ਬੀਪੀ ਵੱਧ ਰਿਹਾ ਹੋਏ, ਪਰ ਕਿਉਂਕਿ ਉਹ ਮੈਡੀਕਲ ਫੈਸਿਲਿਟੀ ਲੈਣ ਲਈ ਨਹੀਂ ਜਾਂਦਾ, ਸੋ ਉਸ ਕਰਕੇ ਉਹ ਹਾਈ ਬੀਪੀ ਦੇ ਕਾਰਨ ਜਿਹੜਾ अर्ਲੀ ਮਾਰਨਿੰਗ ਹਾਰਟ ਅਟੈਕਸ ਬਹੁਤ ਕਾਮਨ ਹੈ। ਬਿਲਕੁਲ ਚੰਗਾ ਭਲਾ ਬੰਦਾ ਹੈ ਤੇ ਸਵੇਰ ਉੱਠ ਕੇ ਪਤਾ ਚੱਲਦਾ ਜੀ ਡੈਥ ਹੋ ਗਈ। ਸੋ ਇਹ ਬਹੁਤ ਕਾਮਨ ਹੋ ਰਿਹਾ ਹੈ। ਫਿਰ ਕੁਝ ਲੋਕ ਇੱਦਾਂ ਜੇ ਸਟ੍ਰੈਸ 'ਚ ਜਾ ਕੇ ਉਹ ਸੋਚਦੇ ਆ ਵੀ ਚੱਲ ਯਾਰ ਕੁਛ ਨਹੀਂ ਤਾਂ ਫਿਰ ਸਟ੍ਰੈਸ ਬੂਸਟਰ ਲਈ ਆਪਾਂ ਨਸ਼ਾ ਲੈ ਲੈਂਦੇ ਹਾਂ। ਸੋ ਐਸੇ ਤਰ੍ਹਾਂ ਦੀ ਪੀੜੀ ਨਸ਼ੇ 'ਚ ਪੈ ਜਾਂਦੀ ਹੈ। ਸੋ ਨਸ਼ਾ ਵੀ ਜਿਹੜਾ ਬਾਡੀ ਨੂੰ ਅਫੈਕਟ ਕਰਦਾ ਹੈ ਤੇ ਇਹਦੇ ਨਾਲ ਵੀ ਸਡਨ ਹਾਰਟ ਅਟੈਕ ਹੋ ਸਕਦਾ ਹੈ। ਬਿਲਕੁਲ। ਔਰ ਪੰਜਾਬ ਦੇ ਵਿੱਚ ਵੀ ਜਿਸ ਤਰ੍ਹਾਂ ਮੌਤਾਂ ਹੁੰਦੀਆਂ ਨੇ, ਜਵਾਨ ਮੌਤਾਂ ਹੋ ਜਾਂਦੀਆਂ ਨੇ, ਹੈ ਨਾ, ਔਰ ਮੋਸਟਲੀ ਜੋ ਨਿਊਜ਼ ਆਉਂਦੀਆਂ ਨੇ ਕਿ ਨਸ਼ਾ ਓਵਰਡੋਜ਼ ਕਰਕੇ ਮੌਤ ਹੋ ਗਈ। ਨਸ਼ੇ ਵੱਲ ਨੂੰ ਜਦੋਂ ਬੰਦਾ ਨਿਕਲਦਾ ਹੈ, ਇਸ ਲਾਈਨ ਤੇ ਜਦੋਂ ਪੈਂਦਾ ਹੈ, ਹਾਲਾਂਕਿ ਇਹ ਲਾਈਨ ਬਹੁਤ ਬੁਰੀ ਹੈ, ਜ਼ਿੰਦਗੀ ਖਾ ਜਾਂਦੀ ਹੈ, ਘਰਾਂ ਦੇ ਘਰ ਬਰਬਾਦ ਹੋ ਜਾਂਦੇ ਨੇ। ਔਰ ਅਕਸਰ ਅਸੀਂ ਇਹੀ ਸੁਨੇਹਾ ਦਿੰਦੇ ਹਾਂ ਕਿ ਤੁਸੀਂ ਨਸ਼ਿਆਂ ਦੇ ਵਿੱਚ ਅਗਰ ਗਲਤਾਨ ਹੋ ਤਾਂ ਉਸ ਦੇ ਵਿੱਚੋਂ ਨਿਕਲੋ, ਔਰ ਉਹਦੇ ਲਈ ਹੀ ਸੁਝਾਅ ਵੀ ਦੇ ਰਹੇ ਹਾਂ, ਔਰ ਇਸ ਨੂੰ ਤੁਸੀਂ ਧਿਆਨ ਨਾਲ ਸੁਣਿਓ ਵੀ ਜ਼ਰੂਰ। ਔਰ ਮੈਮ ਬਿਲਕੁਲ ਅਸੀਂ ਜਾਣਨਾ ਚਾਹਾਂਗੇ ਕਿ ਕਿੰਨੇ ਕੁ ਪੇਸ਼ੈਂਟ ਅਜਿਹੇ ਤੁਹਾਡੇ ਕੋਲ ਆ ਜਾਂਦੇ ਨੇ ਜਿਹੜੇ ਕਿ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਨੇ, ਫਿਰ ਉਹ ਨਸ਼ੇ ਦੀ ਲੱਤ ਦੇ ਆਦੀ ਹੋ ਜਾਂਦੇ ਨੇ? ਸੋ ਸਾਡੇ ਕੋਲ ਅਗਰ ਦੇਖਿਆ ਜਾਏ ਜੀ, ਜੇ 100 ਪੇਸ਼ੈਂਟ ਆਉਂਦਾ ਤਾਂ 30% ਇਸ ਤਰ੍ਹਾਂ ਦੇ ਹੁੰਦੇ ਆ ਜੀ ਜਿਨ੍ਹਾਂ ਨੂੰ ਡਿਪਰੈਸ਼ਨ ਮਤਲਬ ਕੋਈ ਨਾ ਕੋਈ ਸਟ੍ਰੈਸ ਸੀਗਾ। ਜ਼ਰੂਰੀ ਨਹੀਂ ਵੀ ਡਿਪਰੈਸ਼ਨ ਸੀਗਾ ਹੀ, ਪਰ ਉਹ ਕਹਿੰਦੇ ਆ ਵੀ ਜਿੱਦਾਂ ਜੀ ਮੈਨੂੰ ਸ਼ੂਗਰ ਹੋ ਗਈ, ਜਾਂ ਮੇਰੇ ਘਰੇ ਮੌਤ ਹੋ ਗਈ, ਮੇਰੇ ਪਿਤਾ ਜੀ ਬਿਮਾਰ ਹੋ ਗਏ ਸੀ, ਜਾਂ ਫਿਰ ਕੋਈ ਮਿਸਹੈਪਨਿੰਗ ਹੋ ਗਈ, ਮੇਰੀ ਵਾਈਫ ਛੱਡ ਕੇ ਚਲੀ ਗਈ, ਜਾਂ ਉਹ ਗਰਲਫ੍ਰੈਂਡ ਛੱਡ ਕੇ ਚਲੀ ਗਈ। ਸੋ ਇਹ ਬਹੁਤ ਕਾਮਨ ਫੈਕਟਰਸ ਹੈ। ਬੰਦਾ ਕਿਸੇ ਹੋਰ ਨੂੰ ਮਿਲਦਾ, ਯਾਰ ਮੈਨੂੰ ਤਾਂ ਬਹੁਤ ਦੁਖੀ ਹੈ, ਕੋਈ ਨਾ ਯਾਰ ਤੂੰ ਆ ਨਸ਼ੇ ਦਾ ਇੱਕ ਸੂਟਾ ਲਾ ਤੇ ਠੀਕ ਹੋ ਜਾਏਗਾ। ਸੋ ਇਸ ਤਰ੍ਹਾਂ ਉਹ ਨਸ਼ਾ ਲੈਣਾ ਸ਼ੁਰੂ ਕਰ ਦਿੰਦੇ ਆ। ਫਿਰ ਇੱਕ ਵਾਰ ਲਿੱਤਾ ਤਾਂ ਨਸ਼ਾ ਪਿੱਛੇ ਭੱਜਣ ਲੱਗ ਜਾਂਦਾ ਉਹਨਾਂ ਦੇ। ਸੋ ਨਸ਼ੇ ਦੇ ਆਦੀ ਹੋ ਜਾਂਦੇ ਆ। ਫਿਰ ਦਿਨ ਰਾਤ ਨਸ਼ੇ ਕਰਦੇ ਆ, ਪਹਿਲਾਂ ਪੇਪਰ ਰਾਹੀਂ ਲੈਂਦੇ ਆ, ਫਿਰ ਟੀਕਿਆਂ 'ਤੇ ਆ ਜਾਂਦੇ ਆ, ਫਿਰ ਉਹ ਡੋਜ਼ ਵੱਧਦੀ ਜਾਂਦੀ ਹੈ ਕਿਉਂਕਿ ਉਹਨਾਂ ਨਸ਼ਾ ਉਹ ਅਸਰ ਨਹੀਂ ਦਿੰਦਾ, ਅਤੇ ਇਸ ਤਰ੍ਹਾਂ ਹੀ ਇੱਕ ਟੀਕਾ ਉਹਨਾਂ ਦੀ ਮੌਤ, ਉਹਨਾਂ ਦੀ ਜ਼ਿੰਦਗੀ ਵਿਗਾੜ ਕੇ ਰੱਖ ਦਿੰਦਾ ਹੈ। ਔਰ ਬਿਲਕੁਲ ਅਗਰ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਨਾ, ਤਾਂ ਉਹਦੇ ਲਈ ਕੀ ਪ੍ਰੋਸੈਸ ਹੋਏਗਾ? ਉਹ ਕਿਸ ਤਰ੍ਹਾਂ, ਵੈਸੇ ਤਾਂ ਕਹਿੰਦੇ ਨੇ ਕਿ ਨਸ਼ਾ ਛੁਡਾਓ ਕੇਂਦਰਾਂ 'ਚ ਜਾ ਸਕਦੇ ਹੋ, ਹਸਪੀਟਲਸ ਦੇ ਵਿੱਚ ਤੁਸੀਂ ਐਡਮਿਟ ਹੋ ਸਕਦੇ ਹੋ, ਪਰ ਲੱਗਦਾ ਹੈ ਕਿ ਪਹਿਲਾਂ ਵਿਲ ਪਾਵਰ ਸਾਨੂੰ ਉਨੀ ਸਟਰੋਂਗ ਕਰਨੀ ਪਏਗੀ। ਇਹ ਚੀਜ਼ਾਂ ਵੀ ਉਦੋਂ ਹੀ ਕਾਰਗਰ ਸਿੱਧ ਹੋਣਗੀਆਂ। ਬਿਲਕੁਲ ਸਹੀ ਕਿਹਾ ਜੀ ਤੁਸੀਂ। ਸਭ ਤੋਂ ਪਹਿਲਾਂ ਜਿਹੜਾ ਸਟੈਪ ਹੀ ਇਹਦੇ ਵਿੱਚ ਹੁੰਦਾ, ਜਦੋਂ ਅਸੀਂ ਪੇਸ਼ੈਂਟ ਸਾਡੇ ਕੋਲ ਆਉਂਦਾ ਦਾਖਲ ਕਰ ਲਓ ਜੀ, ਅਸੀਂ ਕਿਹਾ ਕਰ ਤਾਂ ਲੈਂਦੇ ਪਰ ਮਰੀਜ਼ ਨੂੰ ਤਾਂ ਪੁੱਛੋ। ਸੋ ਸਭ ਤੋਂ ਪਹਿਲਾਂ ਉਹਦੀ ਮੋਟੀਵੇਸ਼ਨ, ਵੀ ਉਹਦੀ ਇੱਛਾ ਹੈ ਵੀ ਕਿ ਨਹੀਂ। ਜੇ ਉਹਦਾ ਮਨ ਹੀ ਨਹੀਂ ਹੈ ਛੱਡਣ ਦਾ, ਘਰ ਵਾਲੇ ਜ਼ਬਰਦਸਤੀ ਲਿਆ ਜੀ ਦਾਖਲ ਕਰ ਲਓ, ਭਰਤੀ ਕਰ ਲਓ, ਬੰਦ ਕਰਕੇ ਰੱਖ ਲਓ, ਤਾਂ ਉਹ ਨਹੀਂ ਛੱਡੇਗਾ, ਠੀਕ ਹੈ। ਜਾਂ ਫਿਰ ਇੱਥੇ ਰਹਿ ਲੂਗਾ ਉਹ 8-10 ਦਿਨ ਜਿੰਨੇ ਵੀ ਅਸੀਂ ਰੱਖਾਂਗੇ ਰੱਖ ਲੂਗਾ, ਪਰ ਜਾਂਦੇ ਸਾਰ ਉਹ ਕਹੂਗਾ ਮੈਂ ਤਾਂ ਫਿਰ ਲੈ ਲੂੰਗਾ। ਇਸੇ ਤਰ੍ਹਾਂ ਨਸ਼ਾ ਛੁਡਾਓ ਕੇਂਦਰ ਹੈ, ਜੇ ਤਾਂ ਆਪਣੀ ਮਰਜ਼ੀ ਨਾਲ ਜਾਣ ਤਾਂ ਬੜੇ ਵਧੀਆ ਰਹਿੰਦੇ ਆ, ਆਪਣਾ ਪੂਰਾ ਪ੍ਰੋਪਰ ਇਲਾਜ ਕਰਾਉਂਦੇ ਆ, ਨਸ਼ਾ ਛੱਡ ਸਕਦੇ ਆ। ਲੇਕਿਨ ਜੇ ਤੁਸੀਂ ਜ਼ਬਰਦਸਤੀ ਉਹਨਾਂ ਨੂੰ ਚੱਕ ਕੇ ਮਤਲਬ ਚੁਕਵਾਤਾ, ਜਮ੍ਹਾਂ ਕਰਾਤਾ ਕਹਿੰਦੇ ਆ ਨਸ਼ਾ ਛੁਡਾਓ ਕੇਂਦਰ 'ਚ, ਤਾਂ ਫਿਰ ਬਹੁਤ ਘੱਟ ਚਾਂਸਿਸ ਹੁੰਦੇ ਆ ਵੀ ਉਹ ਨਸ਼ਾ ਛੱਡਣ। ਸੋ ਸਭ ਤੋਂ ਪਹਿਲਾਂ ਮੋਟੀਵੇਸ਼ਨ, ਫਿਰ ਉਸ ਤੋਂ ਬਾਅਦ ਦਵਾਈਆਂ ਰਾਹੀਂ ਇਲਾਜ ਕੀਤਾ ਜਾਂਦਾ ਹੈ। ਪ੍ਰੋਪਰ ਦਵਾਈਆਂ, ਟੀਕੇ, ਡ੍ਰਿਪ, ਇੰਜੈਕਸ਼ਨ ਲਾ ਕੇ ਨਸ਼ਾ ਬੋਡੀ 'ਚੋਂ ਪੂਰਾ ਸਾਫ਼ ਕਰ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਦਵਾਈਆਂ ਆਉਂਦੀਆਂ ਵੀ ਦੁਬਾਰਾ ਉਹ ਨਸ਼ਾ ਨਾ ਕਰਨ। ਸੋ ਇਹ ਦਵਾਈਆਂ ਦਿਮਾਗ 'ਚ ਉਹ ਰਿਸੈਪਟਰ ਬਲੌਕ ਕਰ ਦਿੰਦੇ ਜਿਹਤੇ ਨਸ਼ੇ ਨੇ ਐਕਟ ਕਰਨਾ। ਸੋ ਜਦੋਂ ਇਹ ਗੋਲੀ ਖਾਂਦਾ ਰਹੂਗਾ ਤਾਂ ਨਸ਼ਾ ਉਹ ਕੰਮ ਹੀ ਨਹੀਂ ਕਰੂਗਾ। ਸੋ ਇਸ ਤਰ੍ਹਾਂ ਨਸ਼ਾ ਲੈਣਾ ਉਹਨਾਂ ਲਈ ਮੁਸ਼ਕਿਲ ਹੋ ਜਾਂਦਾ ਹੈ। ਬਿਲਕੁਲ ਮੈਮ, ਜਿਸ ਤਰ੍ਹਾਂ ਅਸੀਂ ਆ ਰਹੇ ਸੀ ਔਰ ਅਸੀਂ ਬਾਹਰ ਦੇਖ ਰਹੇ ਸੀ ਕਿ ਜ਼ਿਆਦਾਤਰ ਜੋ ਪੇਸ਼ੈਂਟਸ ਨੇ ਉਹ ਪਿੰਡਾਂ ਨਾਲ ਸੰਬੰਧਿਤ ਪੇਸ਼ੈਂਟਸ ਹੀ ਪਹੁੰਚ ਰਹੇ ਨੇ, ਤਾਂ ਮਤਲਬ ਪਿੰਡਾਂ ਦੇ ਲੋਕ ਜ਼ਿਆਦਾ ਅਵੇਅਰ ਹੋ ਚੁੱਕੇ ਨੇ, ਜਾਂ ਫਿਰ ਕੀ ਰੀਜ਼ਨਸ ਆ ਕੇ ਤੁਹਾਨੂੰ ਦੱਸੇ ਜਾਂਦੇ ਨੇ? ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਇੰਨੇ ਜ਼ਿਆਦਾ ਪੜ੍ਹੇ ਲਿਖੇ ਲੋਕ ਕਈ ਨਹੀਂ ਹੁੰਦੇ, ਸਾਰਿਆਂ ਦੀ ਗੱਲ ਨਹੀਂ ਕਰ ਸਕਦੇ, ਕੁਝ ਲੋਕ, ਔਰ ਉਹ ਸਮਝ ਵੀ ਨਹੀਂ ਪਾਉਂਦੇ। ਉਹ ਇੰਨਾ ਜ਼ਰੂਰ ਕਹਿ ਦਿੰਦੇ ਹਾਂ ਘਰ 'ਚ ਬੱਚਾ ਚੁੱਪ ਚੁੱਪ ਜਿਹਾ ਰਹਿੰਦਾ, ਹੁਣ ਕੁਝ ਜ਼ਿਆਦਾ ਬੋਲਦਾ ਨਹੀਂ, ਗੱਲਬਾਤ ਨਹੀਂ ਕਰਦਾ, ਪਤਾ ਨਹੀਂ ਇਹਨੂੰ ਕੀ ਹੋ ਗਿਆ। ਜਦ ਤੱਕ ਉਹ ਬੱਚਾ ਕੋਈ ਵੱਡਾ ਕਦਮ ਨਹੀਂ ਚੁੱਕ ਲੈਂਦਾ ਜਾਂ ਉਹ ਨਸ਼ੇ ਦਾ ਆਦੀ ਨਹੀਂ ਹੋ ਜਾਂਦਾ, ਤਦ ਤੱਕ ਨਹੀਂ ਪਰਿਵਾਰ ਨੂੰ ਪਤਾ ਲੱਗਦਾ, ਜਦ ਤੱਕ ਕੋਈ ਸਿੰਪਟਮ ਵੱਡਾ ਨਿਕਲ ਕੇ ਸਾਹਮਣੇ ਨਹੀਂ ਆਉਂਦਾ। ਫਿਰ ਇਹ ਕਿੰਨੇ ਕੇਸਿਸ ਨੇ ਜੋ ਇਸ ਤਰ੍ਹਾਂ ਤੁਹਾਡੇ ਕੋਲ ਟਾਈਮ 'ਤੇ ਆ ਜਾਂਦੇ ਨੇ, ਜਾਂ ਫਿਰ ਕਿੰਨੇ % ਕੇਸਿਸ ਨੇ ਜੋ ਕਾਫੀ ਮਾਹੌਲ ਵਿਗੜ ਚੁੱਕਿਆ ਹੁੰਦਾ ਉਸ ਤੋਂ ਬਾਅਦ ਹੀ ਪਹੁੰਚਦੇ? ਸੋ ਅਗਰ ਅਸੀਂ ਦੇਖਿਆ ਜਾਏ ਤਾਂ 10 ਤੋਂ 15% ਲੋਕ ਹੀ ਹੈ ਜਿਨ੍ਹਾਂ ਨੂੰ ਟਾਈਮ 'ਤੇ ਪਤਾ ਚੱਲ ਜਾਂਦਾ ਵੀ ਬੱਚਾ ਚੁੱਪਚਾਪ ਰਹਿ ਰਿਹਾ ਹੈ, ਗੱਲ ਨਹੀਂ ਕਰ ਰਿਹਾ, ਸੋ ਕੋਈ ਗੜਬੜ ਹੈ। ਲੇਕਿਨ ਜ਼ਿਆਦਾਤਰ ਜਿਹੜੇ ਪਿੰਡਾਂ ਵਾਲੇ ਸਪੈਸ਼ਲੀ ਜਿੱਦਾਂ ਤੁਸੀਂ ਕਿਹਾ, ਸੋ ਪਿੰਡਾਂ ਵਾਲੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਚੱਲਦਾ।
ਸੋ ਉਸ ਬਾਰੇ ਅਵੇਅਰ ਹੀ ਨਹੀਂ ਹੁੰਦੇ ਵੀ ਹਾਂ ਇਹਨੂੰ ਕੋਈ ਦਿਮਾਗੀ ਬਿਮਾਰੀ ਵੀ ਹੋ ਸਕਦੀ ਹੈ। ਲੇਕਿਨ ਜਿਹਦੇ ਪਰਿਵਾਰ 'ਚ ਹੋਵੇ ਉਹ ਜਲਦੀ ਫਿਰ ਵੀ ਭਾਂਫ ਲੈਂਦੇ ਆ ਵੀ ਹਾਂ ਕੋਈ ਪ੍ਰੋਬਲਮ ਚੱਲ ਰਹੀ ਹੈ, ਇਹਨੂੰ ਲੈ ਕੇ ਜਾਣਾ ਚਾਹੀਦਾ ਹੈ। ਜਿਹੜੇ ਬਾਕੀ ਲੋਕ ਆ ਉਹ ਤਾਂ ਦੇਖਦੇ ਰਹਿੰਦੇ ਚਲੋ ਠੀਕ ਹੋ ਜਾਊਗਾ, ਕੋਈ ਗੱਲ ਨਹੀਂ, ਵੈਸੇ ਹੀ ਚੁੱਪ ਹੋਊਗਾ, ਕੋਈ ਗੱਲ ਤਾਂ ਨਹੀਂ ਬੇਟਾ। ਸੋ 3-4 ਮਹੀਨੇ ਕੱਢ ਦਿੰਦੇ ਆ ਇਸ ਗੱਲ 'ਚ ਸੋਚਦੇ ਫਿਰ ਜਾ ਕੇ ਪਹੁੰਚਦੇ ਆ ਵੀ ਅਸੀਂ ਕੋਈ ਮਦਦ ਲਿੱਤੀ ਜਾਵੇ। ਸੋ ਜਿੰਨੀ ਜਲਦੀ ਦਿਮਾਗੀ ਬਿਮਾਰੀਆਂ ਦਾ ਇਲਾਜ ਸ਼ੁਰੂ ਹੋ ਜੇ ਓਨਾ ਵਧੀਆ ਤੇ ਉਨੀ ਚੰਗਾ ਇਲਾਜ ਹੋ ਸਕਦਾ ਹੈ। ਔਰ ਮੈਂ ਬਿਲਕੁਲ ਇਹ ਸਵਾਲ ਪਹਿਲਾਂ ਵੀ ਕੀਤਾ ਸੀ, ਪਰ ਮੈਂ ਇਹ ਸਵਾਲ ਤੁਹਾਨੂੰ ਵੀ ਪੁੱਛਣਾ ਚਾਹਾਂਗੀ ਕਿ ਲੋਕ ਡਰਦੇ ਵੀ ਨੇ ਮਨੋਰੋਗੀਆਂ ਦੇ ਕੋਲ ਜਾਣ ਲਈ ਕਿ ਕਿਤੇ ਸਾਡੇ ਬੱਚੇ ਦੀ ਗੱਲ ਬਾਹਰ ਨਾ ਫੈਲ ਜਾਏ, ਕਿਸੇ ਉਹਦਾ ਇਲਾਜ ਕਰਾ ਰਹੇ ਹਾਂ, ਵਿਆਹ ਕਰਾਉਣ 'ਚ ਮੁਸ਼ਕਿਲ ਹੋ ਜਾਏਗੀ, ਨੌਕਰੀ ਮਿਲਣ 'ਚ ਦਿੱਕਤ ਆ ਜਾਏਗੀ। ਇਸ ਨੂੰ ਹਊਆ ਜਿੱਦਾਂ ਦਾ ਬਣਾਇਆ ਜਾਂਦਾ ਹੈ ਕਿ ਇਹ ਉਸ ਲੈਵਲ ਦਾ ਹਊਆ ਹੈ? ਹਊਆ ਨਹੀਂ ਹੈ, ਲੇਕਿਨ ਹਲੇ ਵੀ ਲੋਕਾਂ ਦੇ ਮਨ 'ਚ ਇਹੀ ਹੈ। ਜਿਵੇਂ ਬਾਹਰ ਵੀ ਕਈ ਵਾਰ ਦੋ ਪਿੰਡਾਂ ਦੇ ਲੋਕ ਆਪਸ ਮਿਲੇ ਤਾਂ ਉਹਨੇ ਪੁੱਛਿਆ ਹਾਂ ਬਈ ਤੂੰ ਕਿੱਦਾਂ, ਨਹੀਂ ਯਾਰ ਮੈਂ ਤਾਂ ਕਿਸੇ ਦੀ ਦਵਾਈ ਲੈਣ ਆਇਆ ਸੀ। ਸੋ ਹਲੇ ਵੀ ਦੂਸਰੇ ਬੰਦੇ ਨੂੰ ਇਹ ਨਹੀਂ ਦੱਸਣਾ ਚਾਹੁੰਦੇ ਵੀ ਮੈਨੂੰ ਡਿਪਰੈਸ਼ਨ ਹੈ। ਹਾਲਾਂਕਿ ਡਿਪਰੈਸ਼ਨ ਕੋਈ ਇੰਨੀ ਭਯੰਕਰ ਜਾਂ ਐਡੀ ਖਤਰਨਾਕ ਬਿਮਾਰੀ ਨਹੀਂ ਹੈ। ਸੋ 20% ਲੋਕਾਂ ਨੂੰ ਇਹ ਬਿਮਾਰੀ ਪਾਈ ਜਾਂਦੀ ਹੈ, ਲੇਕਿਨ ਫਿਰ ਵੀ ਹਲੇ ਵੀ ਇਹ ਹੈਗਾ ਵੀ ਦੂਸਰੇ ਬੰਦੇ ਨੂੰ ਪਤਾ ਨਾ ਚੱਲ ਜਾਏ ਵੀ ਇਹਨੂੰ ਕੋਈ ਦਿਮਾਗੀ ਬਿਮਾਰੀ ਤਾਂ ਨਹੀਂ, ਇਹਦਾ ਕੋਈ ਇਲਾਜ ਤਾਂ ਨਹੀਂ ਚੱਲਦਾ। ਹਾਲਾਂਕਿ ਅਗਰ ਵੈਸੇ ਦੇਖਿਆ ਜਾਏ ਬਲੱਡ ਪ੍ਰੈਸ਼ਰ, ਸ਼ੂਗਰ, ਥਾਇਰੋਇਡ, ਇਹਨਾਂ ਦੀ ਦਵਾਈ ਆਰਾਮ ਨਾਲ ਲੋਕ ਖਾਂਦੇ ਆ, ਜਦੋਂ ਸ਼ੁਰੂ ਹੋ ਜਾਏ ਸਾਰੀ ਉਮਰ ਚੱਲਣੀ ਹੈ। ਪਰ ਜਦੋਂ ਅਸੀਂ ਦਿਮਾਗੀ ਬਿਮਾਰੀਆਂ ਸ਼ੁਰੂ ਕਰ ਦਈਏ, ਜੇ ਦਵਾਈ ਦਈਏ ਕਿੰਨੀ ਦੇਰ ਚੱਲੂਗੀ ਡਾਕਟਰ ਸਾਹਿਬ? ਅਸੀਂ 3 ਤੋਂ 6 ਮਹੀਨੇ। ਡਾਕਟਰ ਸਾਹਿਬ 3 ਮਹੀਨੇ ਤਾਂ ਹੋ ਗਏ, ਹੁਣ ਦਵਾਈ ਬੰਦ ਕਰਨੀ ਸ਼ੁਰੂ ਕਰ ਦਈਏ। ਸੋ ਅਗਰ ਉਹਨਾਂ ਨੂੰ ਕਹੋ ਨਹੀਂ ਬੇਟਾ ਠੀਕ ਚੱਲ ਰਹੇ ਹੋ, ਤੁਹਾਨੂੰ ਹੋ ਸਕਦਾ ਹੈ ਇੱਕ ਗੋਲੀ ਸਾਰੀ ਉਮਰ ਖਾਣੀ ਪਏ, ਤਾਂ ਉਦੋਂ ਹੀ ਉਹਨਾਂ ਨੂੰ ਇਹ ਹੋ ਜਾਂਦਾ ਵੀ ਇਹ ਡਾਕਟਰ ਠੀਕ ਨਹੀਂ ਹੈ, ਡਾਕਟਰ ਬਦਲ ਕੇ ਦੇਖ ਲੈਂਦੇ ਹਾਂ, ਸ਼ਾਇਦ ਦਵਾਈ ਬਦਲ ਜੇ। ਸੋ ਹਲੇ ਵੀ ਉਹ ਨੌਲੇਜ ਲੋਕਾਂ ਨੂੰ ਨਹੀਂ ਹੈ। ਥੋੜ੍ਹੇ ਪਰਸੈਂਟ ਲੋਕ ਹੈਗੇ ਆ ਜਿਹੜੇ ਬੜੇ ਖੁਸ਼ ਹੈ, ਠੀਕ ਹੈ ਜੀ ਇੱਕ ਗੋਲੀ ਖਾਣੀ ਹੈ ਸਾਰੀ ਉਮਰ ਖਾ ਲਾਂਗੇ, ਇੰਨੀ ਕਿਹੜੀ ਗੱਲ ਹੈ, ਥਾਇਰੋਇਡ ਦੀ ਵੀ ਤਾਂ ਖਾਣੀ ਹੀ ਹੈ। ਪਰ ਜ਼ਿਆਦਾਤਰ ਲੋਕ ਹਲੇ ਵੀ ਮਾਨਸਿਕ ਜਿਹੜੀ ਰੋਗਾਂ ਨੂੰ ਨਾ ਹਊਆ ਹੀ ਸਮਝ ਰਹੇ ਆ। ਬਿਲਕੁਲ, ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਹੁਣ ਸਿਚੁਏਸ਼ਨਸ ਹੋ ਚੁੱਕੀਆਂ ਨੇ, ਵਰਕਲੋਡ ਵੀ ਹੈ, ਫੈਮਿਲੀ ਪ੍ਰੈਸ਼ਰਸ ਵੀ ਕਿਤੇ ਨਾ ਕਿਤੇ ਸਭ ਝੇਲ ਹੀ ਰਹੇ ਹੁੰਦੇ ਨੇ, ਕਿਸੇ ਨਾ ਕਿਸੇ ਰੀਜ਼ਨ ਕਰਕੇ ਲਾਈਫ 'ਚ ਵੈਸੇ ਕਈ ਅਪ ਡਾਊਨਸ ਦੇਖਣ ਨੂੰ ਬੰਦੇ ਨੂੰ ਮਿਲ ਜਾਂਦੇ ਨੇ। ਅਜਿਹੀ ਸਥਿਤੀ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨਾ ਵੀ ਜ਼ਰੂਰੀ ਹੈ ਇਹਨਾਂ ਬਿਮਾਰੀਆਂ ਦੇ ਬਾਰੇ, ਇਹਨਾਂ ਪ੍ਰੋਬਲਮਸ ਦੇ ਬਾਰੇ। ਕਿ ਕਈ ਵਾਰੀ ਕੀ ਹੁੰਦਾ ਹੈ ਕਿ ਗੱਲ ਉਨੀ ਵੱਡੀ ਨਹੀਂ ਹੁੰਦੀ ਜਿੰਨੀ ਅਸੀਂ ਆਪਣੇ ਦਿਮਾਗ ਦੇ ਵਿੱਚ ਸਟਕ ਕਰਕੇ ਉਸ ਨੂੰ ਬੈਠ ਜਾਂਦੇ ਹਾਂ ਔਰ ਫਿਰ ਅਸੀਂ ਡਿਪਰੈਸ ਹੋ ਜਾਂਦੇ ਹਾਂ। ਔਰ ਇਹਨਾਂ ਪ੍ਰਤੀ, ਇਹਨਾਂ ਵਿੱਚੋਂ ਕਿਵੇਂ ਨਿਕਲਣਾ ਹੈ, ਕੀ ਸਟੈਪਸ ਅਸੀਂ ਯੂਜ਼ ਕਰ ਸਕਦੇ ਹਾਂ ਨਾ ਕਿ ਉਸ ਚੀਜ਼ ਨੂੰ ਅਸੀਂ ਦਿਮਾਗ ਦੇ ਵਿੱਚ ਜ਼ਿਆਦਾ ਟਾਈਮ ਨਾ ਰੱਖੀਏ। ਉਹ ਅਕਸਰ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਇੱਕ ਜੋਕ 'ਤੇ ਜ਼ਿਆਦਾ ਸਮਾਂ ਸੁਣ ਕੇ ਹੱਸ ਨਹੀਂ ਸਕਦੇ ਤਾਂ ਫਿਰ ਇੱਕ ਚੀਜ਼ ਨੂੰ ਡਿਪਰੈਸ਼ਨ ਦੇ ਰੂਪ ਵਿੱਚ ਕਿਉਂ ਬਾਰ-ਬਾਰ ਲੈ ਰਹੇ ਹੋ? ਉਹ ਟਾਈਮ ਨਿਕਲ ਚੁੱਕਿਆ ਹੈ, ਉਸ ਸਿਚੁਏਸ਼ਨ 'ਚੋਂ ਜਲਦੀ ਤੁਹਾਨੂੰ ਉੱਭਰਨਾ ਚਾਹੀਦਾ ਹੈ। ਤਾਂ ਇਸ ਤਰ੍ਹਾਂ ਦਾ ਵੀ ਕੁਝ ਜਾਗਰੂਕ ਕਰਨਾ ਚਾਹੀਦਾ ਹੈ ਲੋਕਾਂ ਨੂੰ। ਬਹੁਤ ਜ਼ਰੂਰੀ ਹੈ ਜੀ, ਬਹੁਤ ਜ਼ਰੂਰੀ। ਸੋ ਮੈਂਟਲ ਹੈਲਥ ਅਵੇਅਰਨੈਸ ਜਿਹੜੀ ਬਹੁਤ ਜ਼ਰੂਰੀ ਹੈ, ਕਿਉਂਕਿ ਲੋਕਾਂ ਨੂੰ ਹਲੇ ਵੀ ਬਿਮਾਰੀਆਂ ਬਾਰੇ ਹੀ ਨੌਲੇਜ ਨਹੀਂ ਹੈ। ਸੋ ਇਲਾਜ ਬਾਰੇ ਤਾਂ ਕੀ ਹੋਏਗੀ। ਸੋ ਇਹਦੇ ਲਈ ਜਿਹੜਾ ਹੈਗਾ ਨਾ ਕੈਂਪ ਲੱਗਣੇ ਚਾਹੀਦੇ ਆ। ਸੋ ਪਿੰਡਾਂ ਜਾ ਕੇ ਕੈਂਪ ਲੱਗਣ, ਮੈਂਟਲ ਹੈਲਥ ਅਵੇਅਰਨੈਸ ਦੇ ਪ੍ਰੋਗਰਾਮਸ ਹੋਣ, ਠੀਕ ਹੈ। ਫਿਰ ਟੀਵੀ ਮੀਡੀਆ ਬਹੁਤ ਵੱਡਾ ਰੋਲ ਹੈ, ਜਿੱਦਾਂ ਤੁਸੀਂ ਕਰ ਰਹੇ ਹੋ। ਸੋ ਟੀਵੀ 'ਤੇ, ਰੇਡੀਓ ਦੇ ਉੱਤੇ, ਅਖਬਾਰ ਦੇ ਵਿੱਚ ਇਸ ਤਰ੍ਹਾਂ ਦੇ ਸਿੰਪਟਮ ਲਿਖੇ ਹੋਣ ਵੀ ਜਿਹਨੂੰ ਇਸ ਤਰ੍ਹਾਂ ਦਾ ਕੋਈ ਵੀ ਸਿੰਪਟਮ ਨਜ਼ਰ ਆ ਰਿਹਾ, ਉਹ ਕਿਰਪਾ ਕਰਕੇ ਡਰੋ ਨਹੀਂ, ਇਹਦਾ ਇਲਾਜ ਸੰਭਵ ਹੈ, ਆਓ ਅਤੇ ਆਪਣਾ ਇਲਾਜ ਕਰਾਓ। ਸੋ ਇਹ ਹਰ ਇੱਕ ਤਰ੍ਹਾਂ ਦੀ ਬਿਮਾਰੀ ਜਿਹੜੀ ਹੈਗੀ ਉਹਦਾ ਇਲਾਜ ਪੋਸੀਬਲ ਹੈ। ਜਿੱਦਾਂ ਆਪਾਂ ਪਿੰਡਾਂ ਦੀ ਗੱਲ ਕੀਤੀ, ਜੇ ਆਪਾਂ ਸ਼ਹਿਰਾਂ ਦੀ ਗੱਲ ਕਰੀਏ ਤੇ ਸ਼ਹਿਰਾਂ ਦੇ ਵਿੱਚੋਂ ਕਿੰਨੇ % ਲੋਕ ਨੇ ਜੋ ਇਸ ਤਰ੍ਹਾਂ ਅਪਰੋਚ ਕਰਦੇ ਨੇ ਜਾਂ ਪਹੁੰਚਦੇ ਨੇ? ਪਹੁੰਚਦੇ ਹੈ, ਪਰ ਹਲੇ ਵੀ ਇੱਥੇ ਵੀ ਸਾਰੇ ਲੋਕ ਨਹੀਂ ਪਹੁੰਚਦੇ। ਈਵਨ ਅਸੀਂ ਅਗਰ ਆਪਣੇ ਮਹੱਲੇ 'ਚ ਹੀ ਮੈਂ ਦੇਖਾਂ ਤਾਂ ਮੇਰੇ ਆਸ-ਪਾਸ ਹਰ ਘਰ 'ਚ ਇੱਕ ਬਿਮਾਰੀ ਹੈਗੀ, ਮੈਨੂੰ ਇੰਨਾ ਕੁ ਪਤਾ ਹੈ, ਲੇਕਿਨ ਉਹ ਨਹੀਂ ਜਾਣਦੇ। ਉਹਨਾਂ 'ਚੋਂ ਜਿਹੜੇ ਹੈਗੇ 30 to 40% ਲੋਕ ਹੀ ਜਿਹੜੇ ਅਪਰੋਚ ਕਰਦੇ ਆ। ਉਹੀ ਗੱਲ ਫਿਰ ਪਤਾ ਚੱਲ ਜੂਗਾ, ਜੇ ਅਸੀਂ ਡਾਕਟਰ ਕੋਲ ਗਏ ਤਾਂ ਪਤਾ ਚੱਲ ਜੂਗਾ ਵੀ ਮੈਨੂੰ ਕੋਈ ਦਿਮਾਗੀ ਬਿਮਾਰੀ ਹੈ। ਫਿਜ਼ੀਸ਼ੀਅਨ ਕੋਲ ਜਦੋਂ ਮਰਜ਼ੀ ਚਲੇ ਜਾਣਗੇ, ਪਰ ਦਿਮਾਗੀ ਬਿਮਾਰੀ ਵਾਲੇ ਡਾਕਟਰ ਕੋਲ ਜਾਣਾ ਹਲੇ ਵੀ ਲੋਕਾਂ ਨੂੰ ਇੱਕ ਹਊਆ ਹੀ ਲੱਗਦਾ ਹੈ। ਬਿਲਕੁਲ। ਔਰ ਅਗਰ ਇਸ ਨੂੰ ਅਸੀਂ ਇਹ ਕਹੀਏ ਕਿ ਆਪਣੇ ਤੱਕ ਜਿਵੇਂ ਲੋਕ ਸੀਮਿਤ ਰੱਖਣਾ ਚਾਹੁੰਦੇ ਨੇ, ਹੈ ਨਾ, ਤੇ ਇਸ ਨੂੰ ਆਪਣੇ ਲੈਵਲ 'ਤੇ ਹੀ ਫਿਰ ਸ਼ੁਰੂਆਤ ਦੇ ਵਿੱਚ ਹੀ ਸਾਨੂੰ ਪਤਾ ਤਾਂ ਲੱਗ ਜਾਂਦਾ ਕਿ ਸਾਡੇ ਨਾਲ ਕੁਝ ਗੜਬੜ ਹੋ ਰਹੀ ਹੈ। ਪਰ ਉਸ ਨੂੰ ਫਿਰ ਅਸੀਂ ਜਿਸ ਤਰ੍ਹਾਂ ਕਹਿ ਦਿੰਦੇ ਨੇ ਕਿ ਤੁਹਾਨੂੰ ਯੋਗਾ ਕਰਨਾ ਚਾਹੀਦਾ ਹੈ ਜਾਂ ਹੋਰ ਕੀ ਕੁਝ ਅਸੀਂ ਕਰ ਸਕਦੇ ਹਾਂ ਕਿ ਅਸੀਂ ਆਪਣੀ ਮੈਂਟਲੀ ਹੈਲਥ ਨੂੰ ਵੀ ਹੈਲਦੀ ਰੱਖ ਸਕੀਏ। ਬਿਲਕੁਲ ਜੀ। ਸੋ ਮੈਂਟਲੀ ਹੈਲਥ ਨੂੰ ਕਰਨ ਲਈ ਯੋਗਾ, ਮੈਡੀਟੇਸ਼ਨ, ਫਿਰ ਐਕਸਰਸਾਈਜ਼। ਕਿਉਂਕਿ ਐਕਸਰਸਾਈਜ਼ ਜਿਮ 'ਚ ਕਰੋ, ਚਾਹੇ ਸੈਰ ਕਰ ਲਓ, ਚਾਹੇ ਜਿਹੜੀ ਵੀ ਤੁਹਾਨੂੰ ਪਸੰਦ ਹੈ। ਫਿਰ ਡਾਂਸਿੰਗ ਐਂਡ ਸਿੰਗਿੰਗ।
ਸੋ ਜਿੰਨੀਆਂ ਵੀ ਐਕਸਰਸਾਈਜ਼ਾਂ ਦਿਮਾਗ ਦੇ ਵਿੱਚ ਜਿਹੜਾ ਡੋਪਾਮਾਈਨ ਰਿਲੀਜ਼ ਕਰਦੀਆਂ, ਸੋ ਜਿੰਨਾ ਜ਼ਿਆਦਾ ਡੋਪਾਮਾਈਨ ਰਿਲੀਜ਼ ਹੁੰਦਾ ਉਨੀ ਬੰਦੇ ਨੂੰ ਖੁਸ਼ੀ ਹੁੰਦੀ ਹੈ। ਫਿਰ ਉਸ ਤੋਂ ਬਾਅਦ ਅਸੀਂ ਵੀ ਹਰ ਬੰਦੇ ਨੂੰ ਇਹ ਕਹਿੰਦੇ ਹਾਂ ਵੀ ਤੁਸੀਂ ਅੱਧਾ ਘੰਟਾ ਆਪਣੇ ਉਸ ਸ਼ੌਂਕ ਨੂੰ ਦਿਓ ਜਿਹੜਾ ਤੁਸੀਂ ਪੂਰਾ ਨਹੀਂ ਕਰ ਸਕੇ ਪਰ ਤੁਹਾਨੂੰ ਹੈ, ਜਿੱਦਾਂ ਗਾਰਡਨਿੰਗ, ਪੇਂਟਿੰਗ, ਲਿਸਨਿੰਗ ਟੂ ਮਿਊਜ਼ਿਕ, ਠੀਕ ਹੈ, ਕੋਈ ਹੋਰ ਐਕਟੀਵਿਟੀ ਤੁਹਾਨੂੰ ਪਸੰਦ, ਲਿਖਣਾ ਪਸੰਦ ਹੈ ਕਈ ਲੋਕ, ਸੋ ਉਹ ਲਿਖ ਸਕਦੇ ਆ ਆਪਣਾ, ਠੀਕ ਹੈ। ਸੋ ਕਿਤਾਬਾਂ ਪੜ੍ਹਨਾ ਪਸੰਦ ਹੈ ਤਾਂ ਨੋਵਲ ਖਰੀਦ ਲਿਆਓ, ਅੱਧਾ ਘੰਟਾ ਪੜ੍ਹੋ, ਠੀਕ ਹੈ। ਤੁਹਾਨੂੰ ਟੀਚਿੰਗ ਪਸੰਦ ਹੈ, ਤੁਹਾਨੂੰ ਧਾਰਮਿਕ ਕੰਮ ਪਸੰਦ ਹੈ, ਤੁਸੀਂ ਜਾਓ ਮੰਦਰ ਗੁਰਦੁਆਰੇ, ਅੱਧਾ ਘੰਟਾ ਸੇਵਾ ਕਰੋ, ਤੁਹਾਨੂੰ ਉਹ ਖੁਸ਼ੀ ਮਿਲਦੀ ਹੈ ਜਿਹੜੀ ਵੈਸੇ ਕਦੇ ਨਹੀਂ ਮਿਲੀ ਹੋਏਗੀ। ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ। ਸੋ ਅੱਧਾ ਘੰਟਾ ਆਪਣੇ ਲਈ ਕੱਢਣਾ ਬਹੁਤ ਵੱਡੀ ਗੱਲ ਹੈ, ਬਹੁਤ ਜ਼ਰੂਰੀ ਹੈ। ਤਾਂ ਬਹੁਤ ਬਹੁਤ ਸ਼ੁਕਰੀਆ ਡਾਕਟਰ ਦੀਪਾਲੀ ਆਪਣਾ ਕੀਮਤੀ ਸਮੇਂ ਸਾਨੂੰ ਦੇਣ ਲਈ। ਥੈਂਕ ਯੂ, ਧੰਨਵਾਦ ਬਹੁਤ ਬਹੁਤ। ਤਾਂ ਬਿਲਕੁਲ ਜੀ, ਤੁਹਾਡੇ ਕੰਮ ਦੀਆਂ ਗੱਲਾਂ ਜੋ ਕਿ ਤੁਹਾਡੀ ਸਿਹਤ ਦੇ ਨਾਲ ਤੁਹਾਡੀ ਮਾਨਸਿਕ ਸੰਤੁਸ਼ਟੀ ਦੇ ਲਈ ਵੀ ਜ਼ਰੂਰੀ ਨੇ, ਹੈਲਥ ਦੇ ਨਾਲ ਕਹਿੰਦੇ ਨੇ ਨਾ ਕਿ ਤੁਹਾਡਾ ਅਗਰ ਦਿਮਾਗੀ ਸੰਤੁਲਨ ਸਹੀ ਚੱਲ ਰਿਹਾ ਹੈ ਤਾਂ ਤੁਸੀਂ ਲਾਈਫ ਦੇ ਵਿੱਚ ਬਹੁਤ ਕੁਝ ਕਰ ਸਕਦੇ ਹੋ। ਡਿਪਰੈਸ਼ਨ ਦੇ ਵਿੱਚ ਫਸਦਾ ਇਹ ਨਹੀਂ ਕਿ ਤੁਸੀਂ ਇਕਲੌਤੇ ਹੋ ਜੋ ਡਿਪਰੈਸ਼ਨ ਦੇ ਵਿੱਚ ਚਲੇ ਗਏ ਹੋ, ਔਰ ਤੁਹਾਡੀ ਲਾਈਫ ਦੇ ਵਿੱਚ ਅਗਰ ਕੁਝ ਉਥਲ ਪੁਥਲ ਚੱਲ ਰਹੀ ਹੈ ਤਾਂ ਉਹਦੇ ਵਿੱਚ ਘਬਰਾਉਣ ਦੀ ਲੋੜ ਨਹੀਂ ਹੈ, ਉਹਦੇ ਵਿੱਚੋਂ ਤੁਸੀਂ ਨਿਕਲ ਸਕਦੇ ਹੋ। ਲਾਈਫ ਦੇ ਵਿੱਚ ਅਪ ਡਾਊਨਸ ਆਉਂਦੇ ਰਹਿੰਦੇ ਨੇ ਔਰ ਜ਼ਿੰਦਗੀ ਕਿਸੇ ਇੱਕ ਝਟਕੇ ਦਾ ਕਰਕੇ ਰੁਕਦੀ ਨਹੀਂ ਹੈ। ਲਾਈਫ ਦੇ ਵਿੱਚ ਅਗਰ ਅਪ ਡਾਊਨ ਆ ਰਹੇ ਨੇ ਤਾਂ ਉਸ ਤੋਂ ਅੱਗੇ ਤੁਸੀਂ ਈਜ਼ੀਲੀ ਵੱਧ ਸਕਦੇ ਹੋ, ਜਿਸ ਤਰ੍ਹਾਂ ਕਿ ਡਾਕਟਰ ਦੀਪਾਲੀ ਨੇ ਵੀ ਬਹੁਤ ਸਾਰੇ ਸੁਝਾਅ ਦਿੱਤੇ ਨੇ ਔਰ ਉਮੀਦ ਕਰਦੇ ਹਾਂ ਕਿ ਇਹ ਸੁਝਾਅ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਚੰਗਾ ਬਦਲਾਅ ਲੈ ਕੇ ਆਉਣਗੇ। ਇਸੇ ਦੇ ਨਾਲ ਮੈਨੂੰ ਦਿਓ ਇਜਾਜ਼ਤ, ਔਰ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਦੇ ਲਈ ਤੁਸੀਂ ਦੇਖਦੇ ਰਹੋ ਟੀਵੀ ਪੰਜਾਬ।